सब्सक्राइब करें नेशनल बस और साथ ही दबाएं बेल आइकन। ना पहला कोई पैसे चार्ज करते हैं ना बाद चो कोई पैसे चार्ज करते हैं। शर्त है कि तुसी 3 शर्तां पूरीਆਂ करो। ਇਹ ਵਨ ਆਫ ਦਾ ਬਿਗੇਸਟ ਅਸੀਂ ਕਹਿ ਸਕਦੇ ਹਾਂ ਵੀ ਕੰਸਲਟੈਂਸੀ ਹੈਗੀ ਹੈ ਕੈਨੇਡਾ ਦੇ ਵਿੱਚ। ਉਹਨਾਂ ਕੋਲੇ ਆਪਣੀਆਂ ਫਾਈਲਸ ਨਾ ਲਗਾਓ। ਬੱਚਿਆਂ ਵਾਸਤੇ ਬਹੁਤ ਵੱਡਾ ਤੁਸੀਂ ਇੱਕ ਉਪਰਾਲਾ ਕਰ ਰਹੇ ਹੋ। ਕੈਨੇਡਾ ਦੀ ਸਰਕਾਰ ਨੇ ਆਪਣੀ ਵੈਬਸਾਈਟ ਦੇ ਉੱਤੇ ਲਿਖਿਆ ਹੋਇਆ ਆ ਤੁਸੀਂ ਉਹਨਾਂ ਦੀ ਫਲਾਈਟ ਤੋਂ ਲੈ ਕੇ ਔਰ ਉਹਨਾਂ ਦੇ ਐਂਡ ਤੱਕ ਉਹਨਾਂ ਦੀ ਪੂਰੀ ਦੇਖ ਰੇਖ ਪੂਰੀ ਹੈਲਪ ਕਰ ਰਹੇ ਹੋ। ਇੱਕ ਵੈਬਿਨਾਰ ਵੀ ਕਰਨ ਜਾ ਰਹੇ ਹੈਗੇ ਆ ਦਿਨ ਸ਼ਨੀਵਾਰ ਰਾਤੀ 8 ਵਜੇ 19 ਤਰੀਕ ਨੂੰ। ਕੈਨੇਡਾ ਦੀ ਸਰਕਾਰ ਕੋਲੇ ਅਧਿਕਾਰ ਆ ਕਿ ਉਹ ਤੁਹਾਨੂੰ ਰਿਫਿਊਜ਼ਲ ਵੀ ਦੇ ਸਕਦੀ ਹੈਗੀ ਆ। ਸੋ ਇਹਨਾਂ ਤੋਂ ਇਲਾਵਾ ਕੋਈ ਵੀ ਬੰਦਾ ਤੁਹਾਡੀ ਫਾਈਲ ਦੇ ਉੱਤੇ ਲੀਗਲੀ ਕੰਮ ਨਹੀਂ ਕਰ ਸਕਦਾ। ਪੰਜਾਬ ਦੇ ਜਿਹੜੇ ਲਾਇਸੈਂਸਡ ਕੰਸਲਟੈਂਟ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਕੈਨੇਡਾ ਦੇ। ਜਿਸ ਦੇਸ਼ ਦੇ ਵਿੱਚ ਉਹ ਬੱਚਿਆਂ ਨੂੰ ਭੇਜ ਰਹੇ ਨੇ ਜੀ, ਅਗਰ ਉਹ ਦੇਸ਼ ਹੀ ਉਹਨਾਂ ਬੰਦਿਆਂ ਨੂੰ ਮਾਨਤਾ ਨਹੀਂ ਦੇ ਰਿਹਾ, ਅਗਰ ਉਹ ਸਰਕਾਰ ਹੀ ਉਹਨਾਂ ਬੰਦਿਆਂ ਨੂੰ ਮਾਨਤਾ ਨਹੀਂ ਦੇ ਰਹੀ ਤਾਂ ਪੰਜਾਬ ਦੀ ਮਾਨਤਾ ਕੋਈ ਵੀ ਮਾਇਨੇ ਨਹੀਂ ਰੱਖਦੀ। ਕੈਨੇਡਾ ਗਵਰਨਮੈਂਟ ਨੇ ਨਵਾਂ ਟਵੀਟ ਕੀਤਾ ਹੈ ਕਿ ਦੁਬਾਰਾ ਸਾਰਿਆਂ ਨੂੰ ਅਗਾਹ ਕੀਤਾ ਹੈ, ਇੱਕ ਚੇਤਾਵਨੀ ਦਿੱਤੀ ਹੈ। ਇਹ ਵੀ ਹੋਰ ਗੱਲ ਕਲੀਅਰ ਕਰ ਦਿੱਤੀ ਹੈ। ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਡਾ ਹਰ ਹਫਤੇ ਇਹ ਉਪਰਾਲਾ ਰਹਿੰਦਾ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਸਹੀ ਰਾਏ ਸਹੀ ਰਸਤਾ ਵਿਖਾਈਏ ਔਰ ਜਿਹੜੇ ਕਿ ਕੈਨੇਡਾ ਦੇ ਵਿੱਚ ਗਵਰਨਮੈਂਟ ਜਿਨ੍ਹਾਂ ਨੂੰ ਗੋਸਟ ਕੰਸਲਟੈਂਟਸ ਕਹਿੰਦੀ ਹੈ ਉਹਨਾਂ ਤੋਂ ਅਸੀਂ ਬਚਾਈਏ, ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਐਸੇ ਕੰਸਲਟੈਂਟਸ ਨੇ ਜਿਹੜੇ ਕਿ ਭੋਲੀ ਭਾਲੀ ਜਨਤਾ ਨੂੰ ਠੱਗ ਲੈਂਦੇ ਨੇ ਔਰ ਜਿਹੜੀ ਜਨਤਾ ਹੈ ਉਹਨਾਂ ਦਾ ਲੱਖਾਂ ਰੁਪਈਆ ਉਹ ਖਾ ਜਾਂਦੇ ਨੇ। ਤੇ ਸਾਡੇ ਨਾਲ ਅੱਜ ਫੇਰ ਇੱਕ ਵਾਰੀ ਸੰਦੀਪ ਜੀ ਜੁੜੇ ਨੇ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ। ਇਹ ਉਹ ਕੰਸਲਟੈਂਸੀ ਹੈ ਜਿਹਦੇ ਕੋਲ ਗਵਰਨਮੈਂਟ ਆਫ ਕੈਨੇਡਾ ਦੀ ਮਾਨਤਾ ਹਾਸਲ ਹੈ, ਲਾਇਸੈਂਸ ਨੇ ਔਰ ਹਰ ਪ੍ਰਕਾਰ ਦੇ ਲਾਇਸੈਂਸ ਹੈਗੇ ਨੇ। ਇਹਨਾਂ ਕੋਲ ਐਕਸਪਰਟ ਨੇ ਹਰ ਚੀਜ਼ ਤੇ, ਚਾਹੇ ਉਹ ਇਨਵੈਸਟਰ ਹੋਵੇ, ਚਾਹੇ ਉਹ ਸਟੱਡੀ ਵੀਜ਼ਾ ਹੋਵੇ ਜਾਂ PR ਹੋਏ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਟੇਟ 'ਚ ਤੁਸੀਂ ਜਾਣਾ ਹੈ ਉਹਦੇ ਵਾਸਤੇ ਇਹਨਾਂ ਕੋਲ ਹਰ ਡਿਫਰੈਂਟ ਡਿਪਾਰਟਮੈਂਟਸ ਨੇ। ਇਹ ਵਨ ਆਫ ਦਾ ਬਿਗੇਸਟ ਅਸੀਂ ਕਹਿ ਸਕਦੇ ਹਾਂ ਵੀ ਕੰਸਲਟੈਂਸੀ ਹੈਗੀ ਹੈ ਕੈਨੇਡਾ ਦੇ ਵਿੱਚ। ਸੰਦੀਪ ਜੀ ਬਹੁਤ-ਬਹੁਤ ਸਵਾਗਤ ਹੈ। ਅੱਜ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਵੀ ਤੁਸੀਂ ਜਿਹੜੀ ਲੇਟੈਸਟ ਅਪਡੇਟ ਆਈ ਹੈ ਕੈਨੇਡੀਅਨ ਗਵਰਨਮੈਂਟ ਨੇ ਕੀਤੀ ਹੈ ਕੰਸਲਟੈਂਟਸ ਦੇ ਬਾਰੇ, ਉਹ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਸੋ ਭਾਜੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਰੋਤਿਆਂ ਦੇ ਰੂਬਰੂ ਕਰਦੇ ਹੋ ਅਤੇ ਸਾਨੂੰ ਮੌਕਾ ਦਿੰਦੇ ਹੋ ਟੂ ਗਿਵ ਅ ਰਾਈਟ ਮੈਸੇਜ। ਜਿਹੜਾ ਸਰਕਾਰ ਵੱਲੋਂ ਜੋ ਵੀ ਖਬਰ ਆਉਂਦੀ ਹੈਗੀ ਆ, ਬੀਇੰਗ ਅ ਲਾਇਸੈਂਸ ਕੰਸਲਟੈਂਟ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਲੱਗ-ਅਲੱਗ ਪਲੇਟਫਾਰਮਸ ਨੂੰ ਯੂਜ਼ ਕਰਕੇ ਉਹਨਾਂ ਤੱਕ ਪਹੁੰਚਾਈ ਜਾਵੇ। ਐਂਡ ਥੈਂਕ ਯੂ ਫॉर ਬੀਇੰਗ ਦੈਟ ਮੀਡੀਅਮ। ਕੱਲ ਦੀ ਜਿਹੜੀ ਟਵੀਟ ਆ ਹੋਰ ਜਿੰਨੇ ਬਹੁਤ ਜ਼ਿਆਦਾ ਮੈਨੂੰ ਵੀ ਕਾਲਸ ਆਈਆਂ, ਬਹੁਤ ਜ਼ਿਆਦਾ ਜਿਹੜੀ ਫੋਕਸਡ ਆ ਉਹ ਅਫੀਸ਼ੀਅਲ ਪੇਜ ਆਫ ਹਾਈ ਕਮਿਸ਼ਨ ਆਫ ਕੈਨੇਡਾ ਇਨ ਇੰਡੀਆ ਦੇ ਟਵਿੱਟਰ ਪੇਜ ਦੇ ਉੱਤੇ ਆ, ਜਿਸ ਦੇ ਵਿੱਚ ਉਹਨਾਂ ਨੇ ਮੈਂ ਦੋ ਲਾਈਨਾਂ ਨੇ ਆਮ ਗੋਇੰ ਟੂ ਰੀਡ ਇਟ ਕਿ ਉਸ ਤਰ੍ਹਾਂ ਲਿਖਿਆ, ਅਟੈਂਸ਼ਨ ਸਟੂਡੈਂਟਸ, ਯੂ ਸ਼ੁਡ ਨਾਟ use educational recruiter to provide immigration advice except if the educational recruiter is also an authorized representative। ਭਾਵ ਕਿ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਭਾਵ ਕਿ ICCRC ਕੰਸਲਟੈਂਟਸ ਨਹੀਂ ਨੇ ਜਾਂ ਕੈਨੇਡੀਅਨ ਲਾਇਰਸ ਨਹੀਂ ਨੇ, ਉਹਨਾਂ ਕੋਲੇ ਆਪਣੀਆਂ ਫਾਈਲਸ ਨਾ ਲਗਾਓ। ਇੰਨਾ ਹੀ ਨਹੀਂ, ਕੱਲ ਜਦੋਂ ਇਹ ਖਬਰ ਆਈ ਮੈਂ ਤੁਹਾਨੂੰ ਇਹ ਟਵੀਟ ਵੀ ਫਾਰਵਰਡ ਕੀਤਾ ਤੇ ਸਰਕਾਰੀ ਜਿਹੜੇ ਮੈਨੂਅਲਸ ਨੇ ਜਿਹੜੇ ICCRC ਦੀ ਵੈਬਸਾਈਟ ਦੇ ਉੱਤੇ ਤੁਸੀਂ ਸਿਰਫ ਗੂਗਲ ਕਰੋ ਕਿ ਹੂ ਇਜ਼ ਆਥੋਰਾਈਜ਼ਡ ਇਮੀਗ੍ਰੇਸ਼ਨ ਕੰਸਲਟੈਂਟ, ਤਾਂ ਕੈਨੇਡਾ ਦੀ ਸਰਕਾਰ ਨੇ ਆਪਣੀ ਵੈਬਸਾਈਟ ਦੇ ਉੱਤੇ ਲਿਖਿਆ ਹੋਇਆ ਆ ਕਿ ਇਫ ਯੂ ਆਰ ਹਾਇਰਿੰਗ ਅ ਪੇਡ ਰਿਪਰੈਜ਼ੈਂਟੇਟਿਵ what should it mean? So ਉਹ ਕਹਿੰਦੇ ਨੇ this means that they have a license to practice and give advice. If you choose a paid representative, you not authorized, we may return your application or refuse it. If you are not using a like authorized representative,
we may return your application or refuse it. So अगर उन्होंने पता चल जाए कि तुसी ghost consultant use करते पे हो ਤੇ ਤੁਹਾਡੀ ਫਾਈਲ ਜਾਂ ਵਾਪਸ ਕੀਤੀ ਜਾ ਸਕਦੀ ਆ ਜਾਂ ਕੈਨੇਡਾ ਦੀ ਸਰਕਾਰ ਕੋਲੇ ਅਧਿਕਾਰ ਆ ਕਿ ਉਹ ਤੁਹਾਨੂੰ ਰਿਫਿਊਜ਼ਲ ਵੀ ਦੇ ਸਕਦੀ ਹੈਗੀ ਆ। ਸੋ ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨਸ ਹੁੰਦੀਆਂ ਨੇ। ਉਸ ਦੇ ਵਿੱਚ ਇਹਨਾਂ ਨੇ ਅੱਗੇ ਜਾ ਕੇ ਤੁਸੀਂ ਪੜ੍ਹਦੇ ਹੋ ਕਿ who is authorized representative, ਉਹ ਕਹਿੰਦੇ only some people can charge you a fee or receive any other type of payment. These are called authorized representatives. They are pehla lawyers and paralegals who are in good standing of a Canadian provincial or a territory law society. Dusra, notaries who are members in good standing of the chambers de notary du Quebec. That means Quebec consultants ho gaye ya Quebec de lawyers ho gaye ji. Teesra, citizenship or immigration consultants who are members in good standing of ICCRC. So इन्ना तो इलावा कोई भी बंदा ਤੁਹਾਡੀ ਫਾਈਲ ਦੇ ਉੱਤੇ ਲੀਗਲੀ ਕੰਮ ਨਹੀਂ ਕਰ ਸਕਦਾ। ਹੋਰ ਅਗਰ ਤੁਸੀਂ ਆਪਣੀਆਂ ਫਾਈਲਸ ਗੋਸਟ ਕੰਸਲਟੈਂਟਸ ਕੋਲੋਂ ਜਾਂ ਜਿਹੜੇ ਆਪਣੇ ਆਪ ਨੂੰ ਕੰਸਲਟੈਂਟ ਕਹਿੰਦੇ ਨੇ ਪਰ ICCRC ਕੰਸਲਟੈਂਟਸ ਜਾਂ ਲਾਇਰਸ ਕੈਨੇਡੀਅਨ ਲਾਇਰਸ ਨਹੀਂ ਹੈਗੇ ਤਾਂ ਤੁਸੀਂ ਆਪਣੇ ਸਿਰਫ ਪੈਸੇ ਹੀ ਨਹੀਂ ਖਰਾਬ ਕਰ ਰਹੇ। ਅਗਰ ਇਹ ਗੱਲ ਪਤਾ ਲੱਗ ਜਾਵੇ ਤਾਂ ਤੁਹਾਡੇ ਤੇ ਰਿਫਿਊਜ਼ਲ ਵੀ ਆ ਸਕਦੀ ਹੈਗੀ ਆ। ਹੋਰ ਮੈਂ ਨਹੀਂ ਕਹਿ ਰਿਹਾ, ਇਹ ਕੈਨੇਡਾ ਸਰਕਾਰ ਦੀ ਵੈਬਸਾਈਟ ਜਿਹੜੀ ਮੈਂ ਤੁਹਾਨੂੰ ਫਾਰਵਰਡ ਵੀ ਕੀਤੀ ਆ ਤੇ ਮੈਂ ਚਾਹੂੰਗਾ ਕਿ ਅਗਰ ਤੁਸੀਂ ਸਰਕਾਰ ਸਰੋਤਿਆਂ ਨੇ ਰੂਬਰੂ ਵੀ ਕਰ ਸਕੋ ਹੈ ਜ਼ਰੂਰ ਕਰਾਂਗਾ। ਇਹ ਮੈਂ ਸੰਦੀਪ ਜੀ ਜਦੋਂ ਅਸੀਂ ਅਪਲੋਡ ਕਰਾਂਗੇ ਅਸੀਂ ਇਸ ਨੂੰ ਸਾਰੇ ਆਪਣੇ ਦਰਸ਼ਕਾਂ ਨੂੰ ਜੋ ਤੁਸੀਂ ਮੈਨੂੰ ਭੇਜੀ ਹੈ ਕੈਨੇਡਾ ਦੀ ਲੇਟੈਸਟ ਅਪਡੇਟ ਉਹ ਅਸੀਂ ਉਹਦੇ ਚ ਪਬਲਿਸ਼ ਕਰਾਂਗੇ। ਬਿਲਕੁਲ, ਧੰਨਵਾਦ ਜੀ। ਅੱਛਾ ਸੰਦੀਪ ਜੀ, ਹੁਣ ਦਿੱਕਤ ਕੀ ਹੈ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਐਡਸ ਲੱਗ ਰਹੀਆਂ ਨੇ ਕਿ ਜੀ ਆਥੋਰਾਈਜ਼ਡ ਕੰਸਲਟੈਂਟ, ਲਾਇਸੈਂਸਡ ਕੰਸਲਟੈਂਟ, ਉਹਨਾਂ ਨੇ ਪੰਜਾਬ ਸਰਕਾਰ ਤੋਂ ਇੱਕ ਲਾਇਸੈਂਸ ਲਿਆ ਹੋਇਆ ਹੈ। ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ, ਆਪਣੇ ਵੱਲੋਂ ਇੱਕ ਉਪਰਾਲਾ ਕੀਤਾ ਹੈ ਵੀ ਜਿਹੜੇ ਝੂਠੇ ਨੇ ਜਾਂ ਜਿਹੜੇ ਆਪਾਂ ਠੱਗ ਕੰਸਲਟੈਂਟ ਨੇ ਉਹ ਜਿਹੜੇ ਹੈ ਉਹ ਲੋਕਾਂ ਨੂੰ ਠੱਗ ਨਾ ਸਕਣ ਔਰ ਇੱਕ ਥੋੜਾ ਜਿਹਾ ਲੀਗਲ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਤੁਹਾਡੀਆਂ ਗੱਲਾਂ ਤੋਂ ਔਰ ਕੈਨੇਡੀਅਨ ਗਵਰਨਮੈਂਟ ਦੀ ਟਵੀਟਸ ਤੋਂ ਔਰ ਸਾਰਾ ਜਿੰਨਾ ਵੀ ਉਹਨਾਂ ਦੀ ਨੋਟੀਫਿਕੇਸ਼ਨਸ ਹੈ ਉਸ ਤੋਂ ਇਹ ਗੱਲ ਕਲੀਅਰ ਹੋ ਰਹੀ ਹੈ ਵੀ ਇਸ ਆਥੋਰਾਈਜੇਸ਼ਨ ਦੀ ਜਾਂ ਇਸ ਪੰਜਾਬ ਦੇ ਜਿਹੜੇ ਲਾਇਸੈਂਸਡ ਕੰਸਲਟੈਂਟ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਕੈਨੇਡਾ ਦੇ ਵਿੱਚ। ਤੇ ਉਹਦੇ ਵਾਸਤੇ ਹੁਣ ਕੀ ਉਪਰਾਲਾ ਕੀਤਾ ਜਾਵੇ ਕਿਉਂਕਿ ਇੱਥੇ ਕਈਆਂ ਦੀ 10-10 20-20 ਬ੍ਰਾਂਚਾਂ ਨੇ ਪਰ ਉਹਨਾਂ ਦੀ ਕੈਨੇਡਾ 'ਚ ਬ੍ਰਾਂਚ ਹੈ ਨਹੀਂ। ਤੇ ਉਹ ਸਾਡੇ ਜਿਹੜੇ ਸਟੂਡੈਂਟ ਨੇ, ਸਾਡੇ ਦਰਸ਼ਕ ਜਿਹੜੇ ਬੱਚੇ ਵੇਖ ਰਹੇ ਨੇ ਸਾਡਾ ਪ੍ਰੋਗਰਾਮ ਜਾਂ ਜਿਹੜੇ PR ਲੈਣਾ ਚਾਹੁੰਦੇ ਨੇ ਉਹ ਕੀ ਕਰਨ ਉਸ ਬਾਰੇ? ਸੋ ਭਾਜੀ ਗੱਲ ਇਦਾਂ ਆ ਕਿ ਪੰਜਾਬ ਸਰਕਾਰ ਨੇ ਜਿਹੜਾ ਲਾਇਸੈਂਸ ਦੇ ਰਿਹਾ ਹੈਗਾ ਉਹ ਲਾਇਸੈਂਸ ਪੰਜਾਬ 'ਚ ਕੰਮ ਕਰਨ ਲਈ ਤਾਂ ਠੀਕ ਹੈ ਜੀ, ਬਟ ਕਿ ਨਾ ਮੈਂ ਜਿਸ ਦੇਸ਼ ਦੇ ਵਿੱਚ ਉਹ ਬੱਚਿਆਂ ਨੂੰ ਭੇਜ ਰਹੇ ਨੇ ਜੀ, ਅਗਰ ਉਹ ਦੇਸ਼ ਹੀ ਉਹਨਾਂ ਬੰਦਿਆਂ ਨੂੰ ਮਾਨਤਾ ਨਹੀਂ ਦੇ ਰਿਹਾ, ਅਗਰ ਉਹ ਸਰਕਾਰ ਹੀ ਉਹਨਾਂ ਬੰਦਿਆਂ ਨੂੰ ਮਾਨਤਾ ਨਹੀਂ ਦੇ ਰਹੀ ਤਾਂ ਪੰਜਾਬ ਦੀ ਮਾਨਤਾ ਕੋਈ ਵੀ ਮਾਇਨੇ ਨਹੀਂ ਰੱਖਦੀ। ਇਹ ਤਾਂ ਸੇਮ ਉਹੀ ਗੱਲ ਹੋ ਗਈ ਕਿ ਤੁਹਾਡੇ ਪੰਜਾਬ ਸਟੇਟ ਨੇ ਇੱਕ ਲਾਅ ਪਾਸ ਕੀਤਾ ਜੋ ਕਿ ਸਿਰਫ ਪੰਜਾਬ ਸਟੇਟ ਤੱਕ ਵੈਲਿਡ ਆ ਪਰ ਪੂਰੇ ਹਿੰਦੁਸਤਾਨ 'ਚ ਨਹੀਂ ਵੈਲਿਡ। ਸਭ ਤੋਂ ਲੇਟੈਸਟ ਐਗਜ਼ਾਮਪਲ ਲੈ ਲਓ, ਫਾਰਮਿੰਗ ਦੀ ਲੈ ਲਓ। ਫਾਰਮਿੰਗ ਦੇ ਵਿੱਚ ਪੰਜਾਬ ਦੇ ਵਿੱਚ ਫੇਰ ਵੀ ਮੰਡੀ ਸਿਸਟਮ ਤੇ ਉਹ ਸਾਰਾ ਕੁਝ ਚੱਲ ਰਿਹਾ ਸੀ, ਕਈ ਸਟੇਟ ਚੱਲ ਰਿਹਾ, ਕਈ ਸਟੇਟਸ 'ਚ ਨਹੀਂ ਚੱਲ ਰਿਹਾ। ਉਹ ਸਟੇਟਸ ਦੀ ਆਪਣੀ ਮਰਜ਼ੀ ਆ ਕਿ ਉਹ ਕਿਉਂਕਿ ਉਹ ਪ੍ਰੋਵਿੰਸ਼ੀਅਲ ਉਹਨਾਂ ਦਾ ਇਸ਼ੂ ਆ। ਜਿਹੜਾ ਇੰਟਰਨੈਸ਼ਨਲ ਇਸ਼ੂਜ਼ ਨੇ ਇਹ ਤਾਂ ਕੰਟਰੀ ਇਸ਼ੂ ਵੀ ਨਹੀਂ ਹੈਗਾ, ਇਹ ਇੰਟਰਨੈਸ਼ਨਲ ਇਸ਼ੂ ਆ ਕਿਉਂਕਿ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਬੰਦਾ ਜਾ ਰਿਹਾ ਤੇ ਜਿਸ ਦੇਸ਼ ਦੇ ਵਿੱਚ ਜਾ ਰਿਹਾ ਆ ਉਸ ਦੇਸ਼ ਦੀ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਲੋਕਾਂ ਨੂੰ ਅਸੀਂ ਕੋਈ ਮਾਨਤਾ ਨਹੀਂ ਦਿੰਦੇ। ਠੀਕ ਹੈ। ਸੋ ਆਪਾਂ ਨੂੰ ਜਿਸ ਦੇਸ਼ ਦੇ ਵਿੱਚ ਅਸੀਂ ਜਾਣਾ ਆ, ਹੁਣ ਇਹ ਉਹੀ ਗੱਲ ਹੈ ਕਿ ਅਗਰ ਕੱਲ ਨੂੰ ਮੈਨੂੰ ਕੋਈ ਬੰਦਾ ਕਹੇ ਕਿ ਭਾਜੀ ਮੈਨੂੰ ਪਾਕਿਸਤਾਨ ਭੇਜ ਦਿਓ, ਮੈਂ ਨਹੀਂ ਭੇਜ ਸਕਦਾ, ਮੇਰੇ ਕੋਲੇ ਪਾਕਿਸਤਾਨ ਭੇਜਣ ਦਾ ਲਾਇਸੈਂਸ ਹੀ ਨਹੀਂ ਹੈਗਾ। ਹਾਂ, ਮੇਰੇ ਤੋਂ ਕੋਈ ਬੰਦਾ ਕਹੇ ਕਿ ਮੈਂ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ, ਮੈਂ ਉਹਦੀ ਮਦਦ ਕਰ ਸਕਦਾ ਕਿਉਂਕਿ ਮੇਰੇ ਕੋਲੇ ਲਾਇਸੈਂਸ ਜਿਹੜਾ ਆ ਉਹ ਕੈਨੇਡਾ ਦੀ ਸਰਕਾਰ ਵੱਲੋਂ ਆ। ਸੋ ਇਟਸ ਸੇਮ ਥਿੰਗ ਕਿ ਜਿਹੜੀਆਂ ਮਿਨੀਮਮ ਪ੍ਰੀ ਰੈਕੁਇਜ਼ਿਟਸ ਨੇ ਜੀ ਉਹ ਹੋਣੇ ਜ਼ਰੂਰੀ ਨੇ ਅਗਰ ਤੁਸੀਂ ਆਪਣੇ ਫਿਊਚਰ ਨੂੰ ਸਿਕਿਉਰ ਕਰਨਾ ਹੈ। ਇਸ ਦੇ ਵਿੱਚ ਸਿਰਫ ਫਾਈਨੈਂਸ਼ੀਅਲ ਹੀ ਨਹੀਂ, ਕਈ ਵਾਰੀ ਬੰਦਾ ਕਹਿੰਦਾ ਚਲੋ 4 ਪੈਸਿਆਂ ਦਾ ਨੁਕਸਾਨ ਹੋ ਜਾਊਗਾ, ਇਕੱਲੇ ਪੈਸਿਆਂ ਦਾ ਹੀ ਨਹੀਂ। ਤੁਸੀਂ ਜਿਹੜਾ ਡਾਕੂਮੈਂਟ ਮੈਂ ਤੁਹਾਨੂੰ ਸਰਕਾਰੀ ਵੈਬਸਾਈਟ ਦਾ ਭੇਜਿਆ ਉਸ ਕਲੀਅਰਲੀ ਲਿਖਿਆ ਹੈ ਕਿ ਸਰਕਾਰ ਨੂੰ ਅਗਰ ਇਹ ਗੱਲ ਪਤਾ ਚੱਲੇ ਕਿ ਤੁਸੀਂ ਗੋਸਟ ਕੰਸਲਟੈਂਟ ਯੂਜ਼ ਕਰ ਰਹੇ ਹੋ ਤੇ ਤੁਹਾਡੀ ਫਾਈਲ ਨੂੰ ਰਿਫਿਊਜ਼ ਵੀ ਕੀਤਾ ਜਾ ਸਕਦਾ। ਅਗਰ ਤੁਹਾਨੂੰ ਮੇਰੇ ਪਿਛਲੇ ਹਫਤੇ ਦੀ ਆਪਾਂ ਜਦੋਂ ਗੱਲਬਾਤ ਕੀਤੀ ਸੀ ਅਗਰ ਯਾਦ ਹੋਵੇ, ਮੈਂ ਇੱਕ ਸਸਕੈਚੁਅਨ ਦੇ ਕੇਸ ਦੀ ਗੱਲ ਕੀਤੀ ਸੀ ਜਿਸ ਸਾਡੇ ਗੁਜਰਾਤੀ ਭਰਾ ਨੂੰ 2 ਸਾਲ ਦਾ
ਸਸਕੈਚੁਅਨ ਸਰਕਾਰ ਨੇ ਬੈਨ ਲਗਾਤਾ ਸੀ ਕਿਉਂਕਿ ਉਹਨੇ ਇੱਕ ਗੋਸਟ ਕੰਸਲਟੈਂਟ ਯੂਜ਼ ਕੀਤਾ ਸੀਗਾ। ਸੋ ਆਪਾਂ ਆਪਣੇ ਆਪ ਨੂੰ ਉਸ ਸਿਚੁਏਸ਼ਨ 'ਚ ਕਿਉਂ ਖੜਾ ਕਰਦੇ ਪਏ ਹਾਂ ਜਦੋਂ ਕਿ ਮੈਂ ਆਪਣੀ ਗੱਲ ਕਰਾਂ ਤਾਂ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਸਟੂਡੈਂਟਸ ਵਾਸਤੇ ਖਾਸ ਕਰਕੇ ਨਾ ਪਹਿਲਾਂ ਕੋਈ ਪੈਸੇ ਚਾਰਜ ਕਰਦੇ ਆ ਨਾ ਬਾਅਦ ਚੋਂ ਕੋਈ ਪੈਸੇ ਚਾਰਜ ਕਰਦੇ ਆ। ਸ਼ਰਤ ਹੈ ਕਿ ਤੁਸੀਂ 3 ਸ਼ਰਤਾਂ ਪੂਰੀਆਂ ਕਰੋ ਕਿ ਤੁਹਾਡਾ ਆਈਲੈਟਸ ਦਾ ਸਕੋਰ ਵਧੀਆ ਹੋਵੇ, ਤੁਹਾਡੀ ਪੜ੍ਹਾਈ 'ਚ ਕੋਈ ਗੈਪ ਨਾ ਹੋਵੇ, ਤੁਹਾਨੂੰ ਪਹਿਲਾਂ ਕੋਈ ਰਿਫਿਊਜ਼ਲ ਨਾ ਲੱਗੀ ਹੋਵੇ। ਤਾਂ ਬ੍ਰੈਂਪਟਨ ਇਮੀਗ੍ਰੇਸ਼ਨ ਦੀ ਕਮਿਟਮੈਂਟ ਆ ਕਿ ਨਾ ਅਸੀਂ ਪਹਿਲਾਂ ਕੋਈ ਪੈਸੇ ਲੈਣੇ ਤੇ ਨਾ ਅਸੀਂ ਬਾਅਦ ਚੋਂ ਕੋਈ ਪੈਸੇ ਲੈਣੇ। ਇੰਨਾ ਹੀ ਨਹੀਂ ਕਿ ਜਿਹੜੀ ਜਰਨੀ ਬੱਚੇ ਦੀ ਸ਼ੁਰੂ ਹੋ ਰਹੀ ਆ ਹਿੰਦੁਸਤਾਨ ਤੋਂ, ਉਹ ਅਸੀਂ ਕੈਨੇਡਾ ਦੀ ਪਰਮਨੈਂਟ ਰੈਜ਼ੀਡੈਂਸੀ ਤੱਕ ਉਹਦੀ ਉਂਗਲ ਫੜ ਕੇ ਰੱਖਦੇ ਆ। ਉਹ ਕਿਵੇਂ ਕਿ ਬੱਚਾ ਆਇਆ, ਬੱਚੇ ਨੂੰ ਇੱਥੇ ਆ ਕੇ ਰੈਜ਼ੀਡੈਂਸ਼ੀਅਲ ਹੈਲਪ ਚਾਹੀਦੀ ਆ, ਕੋਈ ਕਮਰਾ ਰਹਿਣ ਨੂੰ ਚਾਹੀਦਾ, ਅਸੀਂ ਉਸ 'ਚ ਹੈਲਪ ਕਰ ਰਹੇ ਹਾਂ। ਬੱਚੇ ਨੇ ਕੱਲ ਨੂੰ PGWP ਅਪਲਾਈ ਕਰਨਾ, ਅਸੀਂ ਉਸ 'ਚ ਹੈਲਪ ਕਰ ਰਹੇ ਹਾਂ। ਬੱਚੇ ਨੂੰ ਕੱਲ ਨੂੰ ਕੋਈ ਜੌਬ 'ਚ ਹੈਲਪ ਚਾਹੀਦੀ ਆ ਤਾਂ ਸਾਡੀ ਜਿਹੜੀ ਰਿਕਰੂਟਮੈਂਟ ਪਾਰਟਨਰ ਆ ਵਰਲਡ ਵਾਈਡ ਕੈਨੇਡੀਅਨ ਵਰਕਫੋਰਸ, ਉਸ ਦੇ ਵਿੱਚ ਅਸੀਂ ਹੈਲਪ ਕਰਦੇ ਪਏ ਹਾਂ। ਇੰਨਾ ਹੀ ਨਹੀਂ, ਅਸੀਂ ਹੁਣੇ ਲੇਟਲੀ ਇੱਕ NGO ਨਾਲ ਟਾਈ ਅਪ ਕੀਤਾ, ਯੂਥ ਫॉर ਫਿਊਚਰ, ਕਿਉਂਕਿ ਕੱਲ ਦਾ ਇੱਕ ਤੁਸੀਂ ਕੱਲ ਪਰਸੋਂ ਦਾ ਇੱਕ ਇਨਸੀਡੈਂਸ ਹੋਇਆ ਐਂਡ ਇਟ ਵਾਸ ਵੈਰੀ ਹਾਰਟ ਟਚਿੰਗ, ਜਿਸ ਦੇ ਵਿੱਚ ਇੱਕ ਪੰਜਾਬੀ ਬੱਚਾ ਸਾਡਾ ਵਿਸਾਗਾ ਬੀਚ ਤੇ ਗਿਆ ਤੇ ਉੱਥੇ ਬੀਚ ਡੁੱਬਣ ਕਰਕੇ ਇੰਟਰਨੈਸ਼ਨਲ ਸਟੂਡੈਂਟ ਸੀਗਾ ਤੇ ਉਹਦੀ ਮੌਤ ਹੋ ਗਈ। ਸੋ ਸਾਨੂੰ ਇਹ ਲੱਗਦਾ ਕਿ ਇੱਥੇ ਉਹਨਾਂ ਬੱਚਿਆਂ ਨੂੰ ਲੋੜ ਆ ਕਿ ਕੋਈ ਉਹਨਾਂ ਨੂੰ ਗਾਈਡ ਕਰ ਸਕੇ। ਕਾਫੀ ਬੱਚੇ ਇੱਥੇ ਡਿਪਰੈਸ਼ਨ 'ਚ ਚਲੇ ਜਾਂਦੇ ਆ। ਸੋ ਅਸੀਂ ਕੋਸ਼ਿਸ਼ ਇਹ ਕਰਦੇ ਪਏ ਹਾਂ ਕਿ ਅਸੀਂ ਉਹਨਾਂ ਦੀ ਜਦੋਂ ਬੱਚਾ ਉੱਥੋਂ ਦੀ ਚੱਲ ਰਿਹਾ ਉੱਥੋਂ ਦੀ ਲੈ ਕੇ ਅਖੀਰ ਤੱਕ, ਜਦ ਤੱਕ ਉਹਦੀ PR ਨਾ ਹੋ ਜਾਵੇ, ਹਰੇਕ ਸਟੈਪ ਦੇ ਉੱਤੇ ਅਸੀਂ ਉਹਦੇ ਨਾਲ ਹੋਈਏ ਸੋ ਦੈਟ ਉਹਨੂੰ ਸਹੀ ਐਡਵਾਈਸ ਮਿਲੇ ਤੇ ਆਪਣਾ PR ਦਾ ਸਫ਼ਰ ਤੈਅ ਕਰ ਸਕੇ। ਸੰਦੀਪ ਜੀ, ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਹਰ ਬੱਚਾ ਜਿਹੜਾ ਇੱਥੋਂ ਚੱਲਦਾ ਹੈ ਉਹਦਾ ਹਰੇਕ ਦਾ ਕੋਈ ਉੱਥੇ ਰਿਸ਼ਤੇਦਾਰ ਨਹੀਂ ਬੈਠਾ। ਕੋਈ ਹੁੰਦਾ ਜਿਹਦਾ ਉੱਥੇ ਕੋਈ ਰਿਲੇਟਿਵ ਹੈ ਜਿਹਦੇ ਨਾਲ ਉਹ ਗੱਲਬਾਤ ਕਰ ਸਕਦਾ ਹੈ ਜਾਂ ਉਹਨੂੰ ਵੀਕਐਂਡਸ ਤੇ ਮਿਲ ਸਕਦਾ ਹੈ। ਬਹੁਤ ਸਾਰੇ ਬੱਚੇ ਜਿਨ੍ਹਾਂ ਦੇ ਨਾ ਉੱਥੇ ਰਿਲੇਟਿਵਸ ਨੇ ਨਾ ਕੋਈ ਉੱਥੇ ਉਹਨਾਂ ਦੇ ਦੋਸਤ ਨੇ, ਤੇ ਅਸੀਂ ਬਹੁਤ ਵਾਰ ਵੇਖਿਆ ਵੀ ਉਹ ਰਸਤਾ ਭਟਕ ਜਾਂਦੇ ਨੇ, ਪੜ੍ਹਾਈ ਘੱਟ ਤੇ ਉਹ ਕਈ ਵਾਰੀ ਤਾਂ ਕਈਆਂ ਨੂੰ ਕਮਾਉਣ ਦੀ ਬਹੁਤ ਜਲਦੀ ਪਈ ਹੁੰਦੀ ਹੈ, ਉਸੇ 'ਚ ਉਹ ਫਸ ਜਾਂਦੇ ਨੇ। ਕਈ ਵਾਰੀ ਕੋਈ ਗਲਤ ਕੰਪਨੀ 'ਚ ਪੈ ਜਾਂਦਾ, ਜਿਵੇਂ ਹੁਣ ਤੁਸੀਂ ਇਨਸੀਡੈਂਟ ਦੱਸਿਆ ਵੀ ਬੱਚਾ ਉੱਥੇ ਬੀਚ ਤੇ ਗਿਆ ਤੇ ਬੀਚ ਤੇ ਉਹ ਸੀ ਦੇ ਵਿੱਚ ਹੀ ਡਰਾਊਨ ਹੋ ਗਿਆ। ਸੋ ਇਹ ਬੱਚਿਆਂ ਵਾਸਤੇ ਬਹੁਤ ਵੱਡਾ ਤੁਸੀਂ ਇੱਕ ਉਪਰਾਲਾ ਕਰ ਰਹੇ ਹੋ ਕਿ ਤੁਸੀਂ ਉਹਨਾਂ ਦੀ ਫਲਾਈਟ ਤੋਂ ਲੈ ਕੇ ਔਰ ਉਹਨਾਂ ਦੇ ਐਂਡ ਤੱਕ ਉਹਨਾਂ ਦੀ ਪੂਰੀ ਦੇਖ ਰੇਖ, ਪੂਰੀ ਹੈਲਪ ਕਰ ਰਹੇ ਹੋ, ਜਿਹਦੇ ਵਿੱਚ ਉਹਨਾਂ ਦੇ ਪਿੱਛੇ ਬੈਠੇ ਪੇਰੈਂਟਸ ਵੀ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦੇ ਨੇ। ਇੱਕ ਹੋਰ ਜਿਹੜਾ ਦੂਸਰਾ ਅੱਜ ਆਪਾਂ ਗੱਲ ਕਰਨਾ ਚਾਹ ਰਹੇ ਹਾਂ ਉਹ ਹੈ ਤੁਸੀਂ ਜਿਹੜਾ ਇਨਵੈਸਟਰ ਵੀਜ਼ਾ ਹੈ ਓਨਟਾਰੀਓ ਦੇ ਵਿੱਚ, ਉਹਦੇ ਬਾਰੇ ਕੀ ਲੇਟੈਸਟ ਨੋਟੀਫਿਕੇਸ਼ਨ ਹੈ? ਕਿਸ ਤਰ੍ਹਾਂ ਦੇ ਇਨਵੈਸਟਰਸ ਦੀ ਓਨਟਾਰੀਓ ਚਾਹ ਰਿਹਾ ਹੈ ਵੀ ਕਿੰਨੀ ਮਿਨੀਮਮ ਇਨਵੈਸਟਮੈਂਟ ਚਾਹੀਦੀ ਹੈ, ਕਿਸ ਤਰ੍ਹਾਂ ਦੇ ਐਂਟਰਪ੍ਰੈਨਿਓਰ ਆ ਸਕਦੇ ਨੇ, ਕੀ ਕੁਆਲੀਫਿਕੇਸ਼ਨ ਹੈ, ਉਹ ਜ਼ਰਾ ਸਾਡੇ ਦਰਸ਼ਕਾਂ ਨੂੰ ਦੱਸੋ। ਸੋ ਅਸੀਂ ਇੱਕ ਵੈਬਿਨਾਰ ਵੀ ਕਰਨ ਜਾ ਰਹੇ ਹੈਗੇ ਆ ਦਿਨ ਸ਼ਨੀਵਾਰ ਰਾਤੀ 8 ਵਜੇ 19 ਤਰੀਕ ਨੂੰ ਇੰਡੀਅਨ ਟਾਈਮ ਰਾਤੀ 8 ਵਜੇ 19 ਤਰੀਕ ਨੂੰ ਸ਼ਨੀਵਾਰ ਨੂੰ ਸਾਡੇ ਫੇਸਬੁੱਕ ਪੇਜ ਬ੍ਰੈਂਪਟਨ ਇਮੀਗ੍ਰੇਸ਼ਨ ਦੇ ਉੱਤੇ ਅਗਰ ਤੁਸੀਂ ਜਾਓ ਤਾਂ ਯੂ ਵਿਲ ਸੀ ਦੈਟ ਹਰੇਕ ਹਫਤੇ ਕੋਈ ਨਾ ਕੋਈ ਅਲੱਗ ਟੌਪਿਕਸ ਦੇ ਉੱਤੇ ਅਸੀਂ ਵੈਬਿਨਾਰਸ ਕਰਦੇ ਹਾਂ ਜੀ। ਇਸ ਹਫਤੇ ਜਿਹੜਾ ਵੈਬਿਨਾਰ ਹੋਗਾ ਓਨਟਾਰੀਓ PNP 'ਚ ਹੋਗਾ, ਜਿਸ ਵਿੱਚ ਅਸੀਂ ਫੋਰਨ ਵਰਕਰ ਸਟਰੀਮ, ਇੰਟਰਨੈਸ਼ਨਲ ਗ੍ਰੈਜੂਏਟਸ ਜਾਂ IT ਵਾਲੇ ਲੋਕ ਜਾਂ ਹਿਊਮਨ ਕੈਪੀਟਲ ਵਾਲੇ ਉਹ ਕਿਵੇਂ ਕੁਆਲੀਫਾਈ ਕਰਨਗੇ, ਉਹਦੇ ਨਾਲ ਇੱਕ ਫੋਕਸਡ ਏਰੀਆ ਹੋਊਗਾ ਜਿਹੜਾ ਐਂਟਰਪ੍ਰੈਨਿਓਰ ਸਟਰੀਮ ਦੇ ਵਿੱਚ ਹੋਊਗਾ। ਓਨਟਾਰੀਓ ਦੇ ਵਿੱਚ 2 ਤਰ੍ਹਾਂ ਦੇ ਇਨਵੈਸਟਮੈਂਟ ਪ੍ਰੋਗਰਾਮ ਨੇ, ਇੱਕ ਹੈਗਾ GTA ਦੇ ਅੰਦਰ, ਇੱਕ ਹੈਗਾ GTA ਦੇ ਬਾਹਰ। GTA ਦੇ ਅੰਦਰ ਜਿਹੜੀ ਰਿਕੁਆਇਰਮੈਂਟ ਹੈਗੀ ਆ, ਤੁਹਾਡੇ ਕੋਲ ਨੈਟਵਰਥ ਹੋਣੀ ਚਾਹੀਦੀ ਆ $8 ਲੱਖ ਦੀ ਤੇ $6 ਲੱਖ ਤੁਸੀਂ ਇਨਵੈਸਟ ਕਰਨ ਨੂੰ ਤਿਆਰ ਹੋਣੇ ਚਾਹੀਦੇ ਹੋ। GTA ਦੇ ਬਾਹਰ ਤੁਹਾਡੇ ਕੋਲ $4 ਲੱਖ ਦੀ ਨੈਟਵਰਥ ਹੋਣੀ ਚਾਹੀਦੀ ਆ ਤੇ ਤੁਸੀਂ $2 ਲੱਖ ਤੁਹਾਡੇ ਕੋਲ ਇਨਵੈਸਟ ਕਰਨ ਲਈ ਰੈਡੀ ਹੋਣੇ ਚਾਹੀਦੇ ਹੋ। ਹੋਰ ਇਸ ਦੇ ਵਿੱਚ ਹੋਰ ਕਾਫੀ ਰਿਕੁਆਇਰਮੈਂਟਸ ਆ ਜਾਂਦੀਆਂ ਨੇ। ਆਈਲੈਟਸ ਦੀ ਰਿਕੁਆਇਰਮੈਂਟ ਹੈਗੀ ਆ, ਤੁਹਾਡੇ ਕੋਲ ਬਿਜ਼ਨਸ ਰਨ ਕਰਨ ਦਾ ਐਕਸਪੀਰੀਅੰਸ ਚਾਹੀਦਾ ਜਾਂ ਸੀਨੀਅਰ ਮੈਨੇਜਮੈਂਟ ਪੋਜੀਸ਼ਨ ਦੇ ਵਿੱਚ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ। ਸੋ ਕਾਫੀ ਇਹੋ ਜਿਹੇ ਜਿਹੜੇ ਪ੍ਰੋਗਰਾਮਸ ਨੇ ਉਸ 'ਚ ਸਾਡੇ ਜਿਹੜੇ ਲੋਕ ਨੇ ਜਿਹੜੇ ਹੋਰ ਕਿਤੇ ਨਹੀਂ ਕੁਆਲੀਫਾਈ ਕਰ ਸਕਦੇ ਉਹ ਇਸ 'ਚ ਕੁਆਲੀਫਾਈ ਕਰ ਸਕਦੇ ਨੇ। ਬਹੁਤ ਵਧੀਆ ਪ੍ਰੋਗਰਾਮ ਹੈਗਾ ਆ ਐਂਡ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਅਧੀਨ ਆਉਂਦਾ ਆ। 200 ਪੁਆਇੰਟਸ ਇਸ ਦੇ ਵਿੱਚ ਟੋਟਲ ਹੈਗੇ ਨੇ। 200 ਪੁਆਇੰਟਸ ਦੇ ਵਿੱਚ ਜਿਹੜੀ ਤੁਸੀਂ ਪੁਆਇੰਟਸ ਗੇਨ ਕਰਨੇ ਹੁੰਦੇ ਆ। ਅੱਜ ਦੀ ਡੇਟ ਦੇ ਉੱਤੇ ਜਦੋਂ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਪੈਂਡੇਮਿਕ ਆ, ਕੈਨੇਡਾ ਦੇ ਵਿੱਚ ਵੀ ਇੱਕ ਇਕਨੋਮਿਕ ਬਰਡਨ ਕਾਫੀ ਵੱਡਾ ਆ,
ਉਸ ਜੀ। ਇਕਨੋਮੀ ਆਈ ਪਰਸਨਲੀ ਫੀਲ ਕਿ ਇਨਵੈਸਟਰਸ ਤੇ ਐਂਟਰਪ੍ਰੀਨਿਓਰਸ ਲਈ ਅਗਲੇ ਕੁਝ ਮਹੀਨੇ ਜਾਂ ਸਾਲ ਬਹੁਤ ਵਧੀਆ ਰਹਿਣ ਵਾਲੇ ਆ, ਕਿਉਂਕਿ ਉਹ ਕੱਲੀ ਇਨਵੈਸਟਮੈਂਟ ਹੀ ਨਹੀਂ ਕਰਦੇ, ਜਦੋਂ ਕੋਈ ਉਹ ਬਿਜ਼ਨਸ ਖੋਲਦੇ ਨੇ ਤਾਂ ਉਹ ਜੌਬ ਵੀ ਜਨਰੇਟਸ ਕਰਦੇ ਨੇ ਕੈਨੇਡੀਅਨ ਤੇ ਪਰਮਨੈਂਟ ਰੈਜ਼ੀਡੈਂਸ ਵਾਸਤੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਕਨੋਮੀ ਨੂੰ ਉੱਪਰ ਲੈ ਕੇ ਜਾਣ ਦੇ ਕੰਮ ਆਉਂਦੀਆਂ ਨੇ। ਸੋ ਮੇਰੀ ਗੁਜ਼ਾਰਿਸ਼ ਹੋਗੀ ਕਿ ਜਿੰਨੇ ਵੀ ਸਾਡੇ ਸਰੋਤੇ ਓਨਟਾਰੀਓ PNP ਲਈ ਇੰਟਰਸਟਿਡ ਨੇ ਜਾਂ ਇਨਵੈਸਟਰਸ ਲਈ ਜਾਂ ਐਂਟਰਪ੍ਰੀਨਿਓਰਸ ਲਈ, ਤਾਂ ਉਹ ਸ਼ਨੀਵਾਰ ਰਾਤੀ 8 ਵਜੇ ਸਾਡੇ ਫੇਸਬੁੱਕ ਪੇਜ 19 ਜੂਨ ਨੂੰ ਰਾਤੀ 8 ਵਜੇ ਫੇਸਬੁੱਕ ਪੇਜ ਬ੍ਰੈਂਪਟਨ ਇਮੀਗ੍ਰੇਸ਼ਨ ਦੇ ਪੇਜ ਦੇ ਉੱਤੇ ਜ਼ਰੂਰ ਉਸ ਲਾਈਵ ਵੈਬਿਨਾਰ ਦਾ ਹਿੱਸਾ ਬਣਨ ਅਤੇ ਸਾਡੇ ਕੋਲ ਫ੍ਰੀ ਆਫ ਕਾਸਟ ਉਸ ਲਾਈਵ ਵੈਬਿਨਾਰ ਦੇ ਵਿੱਚ ਜਿੰਨੇ ਮਰਜ਼ੀ ਸਵਾਲ ਪੁੱਛਣ। ਸੰਦੀਪ ਜੀ, ਤੁਸੀਂ ਦੋ ਤਰ੍ਹਾਂ ਦੀ ਇਨਵੈਸਟਮੈਂਟ ਦੀ ਗੱਲ ਕੀਤੀ। ਇੱਕ ਦੇ ਵਿੱਚ 8 ਲੱਖ ਤੁਹਾਨੂੰ ਚਾਹੀਦਾ ਹੈ, $8 ਲੱਖ ਤੇ 6 ਲੱਖ ਦੀ ਇਨਵੈਸਟਮੈਂਟ ਹੈ। ਇੱਕ ਦੇ ਵਿੱਚ $4 ਲੱਖ ਤੁਹਾਡੀ ਵਰਥ ਚਾਹੀਦੀ ਹੈ ਤੇ $2 ਲੱਖ ਤੁਹਾਡੀ ਇਨਵੈਸਟਮੈਂਟ ਹੈ। ਉਹ ਜ਼ਰਾ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਡਿਟੇਲ ਵਿੱਚ ਦੱਸੋ ਬਈ ਜਿਹੜਾ ਉਹ ਕੀ ਇਹ ਦੋ ਜਿਹੜੇ ਕੈਟਾਗਰੀਜ਼ ਹੈ ਇਹਨਾਂ 'ਚ ਕੀ ਅੰਤਰ ਹੈ ਔਰ ਕੀ ਇਹਨਾਂ ਵਿੱਚ ਮਤਲਬ ਫੋਰ ਐਗਜ਼ਾਮਪਲ ਮੈਂ ਕਹਾਂ ਵੀ ਉੱਥੇ ਕੋਈ ਬੰਦਾ ਸਟੋਰ ਹੀ ਖਰੀਦਣਾ ਚਾਹੁੰਦਾ ਹੈ ਤੇ ਉਹ ਸਟੋਰ ਕਿੰਨੇ ਕੁ ਦਾ ਆਏਗਾ ਤੇ ਕਿੰਨੀ ਉਹਦੀ ਇਨਵੈਸਟਮੈਂਟ ਹੈ, ਕਿੰਨੀ ਉਹਦੀ ਰਿਟਰਨ ਹੈ, ਉਹ ਥੋੜਾ ਜਿਹਾ ਡਿਟੇਲ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ। ਸੋ ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਕਿ ਡਿਫਰੈਂਸ ਕੀ ਹੈਗਾ ਦੋਨਾਂ ਦੇ ਵਿੱਚ। ਹਾਂਜੀ। ਸੋ ਜਿਹੜਾ ਮਹਿੰਗਾ ਪ੍ਰੋਜੈਕਟ ਹੈਗਾ ਉਹ ਹੈਗਾ ਕਿ ਅਗਰ ਤੁਸੀਂ ਟੋਰਾਂਟੋ ਰੀਜਨ ਦੇ ਵਿੱਚ ਮੈਂ ਇਨਵੈਸਟ ਕਰ ਰਹੇ ਹੋ ਤਾਂ ਉਹ ਮਹਿੰਗਾ ਆ। ਅਗਰ ਤੁਸੀਂ ਟੋਰਾਂਟੋ ਜ਼ਿਲ੍ਹੇ ਤੋਂ ਬਾਹਰ, ਟੋਰਾਂਟੋ ਰੀਜਨ ਤੋਂ ਬਾਹਰ ਚਲੇ ਜਾਂਦੇ ਹੋ, ਰੀਜਨਲ ਪ੍ਰੋਗਰਾਮ ਚਲੇ ਜਾਂਦੇ ਹੋ, ਜਿੰਨਾ ਜ਼ਿਆਦਾ ਟੋਰਾਂਟੋ ਤੋਂ ਦੂਰ ਚਲੀ ਚੱਲੋਗੇ ਉਹ ਉਨਾ ਹੀ ਸਸਤਾ ਆ। ਦੈਟਸ ਵਨ ਥਿੰਗ। The second thing is ਕਿ ਇਨਵੈਸਟਮੈਂਟ ਅਮਾਉਂਟਸ ਤੁਹਾਡੇ ਨਾਲ ਮੈਂ ਕਲੀਅਰ ਕਰ ਸਕਦਾ। ਹੁਣ ਕੋਈ ਬੰਦਾ ਆ, ਇਟ ਆਲ ਡਿਪੈਂਡਸ। ਮੈਂ ਤੁਹਾਨੂੰ ਉਦਾਹਰਨ ਦਿੰਦਾ ਆ ਕਿ ਸਾਡੇ ਕੋਲ ਇੱਕ ਕਲਾਇੰਟ ਨੇ ਜਿਨ੍ਹਾਂ ਦੇ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਇੱਕ ਫੂਡ ਚੇਨ ਦਾ ਰੈਸਟੋਰੈਂਟ ਖੋਲਦੇ ਪਏ ਕਾਫੀ ਵੱਡਾ ਜੀ। ਹੁਣ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਰਿਕੁਆਇਰਮੈਂਟ ਇੰਨੀ ਵੱਡੀ ਸੀਗੀ ਨਹੀਂ, ਪਰ ਉਹ ਜਿਸ ਹਿਸਾਬ ਦਾ ਪ੍ਰੋਜੈਕਟ ਰਨ ਕਰਨਾ ਚਾਹੁੰਦੇ ਆ ਉਹ ਮਿਲੀਅਨਸ ਦੇ ਵਿੱਚ ਇਨਵੈਸਟ ਕਰਦੇ ਪਏ ਆ। ਸੋ ਇਟ ਆਲ ਡਿਪੈਂਡਸ ਕਿ ਤੁਸੀਂ ਕੈਨੇਡਾ 'ਚ ਆ ਕੇ ਕੀ ਕਰਨਾ ਚਾਹ ਰਹੇ ਹੈਗੇ ਹੋ, ਕਿਹੋ ਜਿਹਾ ਪ੍ਰੋਜੈਕਟ ਰਨ ਕਰਨਾ ਚਾਹ ਰਹੇ ਹੋ, ਉਸ ਦੇ ਉੱਤੇ ਉਹ ਇਨਵੈਸਟਮੈਂਟਸ ਵਗੈਰਾ ਹੋਣਗੀਆਂ। ਹਾਂ, ਇੰਨਾ ਜ਼ਰੂਰ ਮੈਂ ਤੁਹਾਨੂੰ ਦੱਸ ਸਕਦਾ ਕਿ ਸਾਡੀ ਜਿਹੜੀ ਟੀਮ ਹੈਗੀ ਆ ਉਹ ਤੁਹਾਨੂੰ ਰੀਅਲਟਰਸ ਦੇ ਨਾਲ ਮਿਲਵਾਏਗੀ, ਜਿਹੜੀ ਤੁਹਾਨੂੰ ਰੀਅਲ ਸਟੇਟ ਸਰਵਿਸਿਜ਼ ਤੁਹਾਡੀ ਮਦਦ ਕਰਨਗੇ। ਬਿਜ਼ਨਸ ਪਲਾਨਸ ਵਾਸਤੇ ਸਾਡੀ ਟੀਮ ਤੁਹਾਡੀ ਮਦਦ ਕਰੇਗੀ। ਸਾਡੇ ਕੋਲ ਇਨ ਹਾਊਸ ਅਕਾਊਂਟਿੰਗ ਫਰਮਸ ਹੈਗੀਆਂ ਨੇ ਜਿਹੜੀਆਂ ਤੁਹਾਡੀ ਅਕਾਊਂਟਿੰਗ ਦੀ ਟੇਕ ਕੇਅਰ ਕਰੇਗੀ। ਸੋ ਯੂ ਗੈਟ ਐਵਰੀਥਿੰਗ ਅੰਡਰ ਵਨ ਰੂਫ, ਕਿਉਂਕਿ ਸਾਡੇ ਜਿਹੜੇ ਪੂਰੀ ਦੀ ਪੂਰੀ ਟੀਮ ਆ ਉਹਨਾਂ ਅਲੱਗ-ਅਲੱਗ ਕੰਮ ਕਰਨ ਵਾਲੇ ਲੋਕ ਨੇ, ਅਲੱਗ-ਅਲੱਗ ਉਹਨਾਂ ਦਾ ਜੌਬ ਡਿਊਟੀਜ਼ ਨੇ। ਸੋ ਉਹ ਸਾਰੀਆਂ ਉਸ ਹਿਸਾਬ ਨਾਲ ਤੁਹਾਡੀ ਮਦਦ ਕਰਨਗੇ। ਨਹੀਂ ਸੰਦੀਪ ਜੀ, ਮੈਂ ਆਵਾਂਗਾ, ਮੈਂ ਜ਼ਿਆਦਾ ਡਿਸਕਸ ਤੁਹਾਡੇ ਨਾਲ ਛੋਟੇ ਵਾਲੇ ਜਿਹੜੀ ਇਨਵੈਸਟਮੈਂਟ ਹੈ ਉਹਦੇ ਬਾਰੇ ਡਿਸਕਸ ਕਰਨਾ ਚਾਹਾਂਗਾ, ਕਿਉਂਕਿ ਜੇ ਅਸੀਂ ਅੱਜ ਕੈਨੇਡੀਅਨ ਡਾਲਰ ਦੀ ਵੈਲਿਊ ਦੇਖੀਏ ਉਹ ਸ਼ਾਇਦ 57-58 ਰੁਪਏ ਚੱਲ ਰਹੀ ਹੈ ਤੇ $2 ਲੱਖ ਜੇ ਦੀ ਗੱਲ ਕਰੀਏ ਤਾਂ ਤਕਰੀਬਨ 1 ਕਰੋੜ 20 ਲੱਖ ਦੇ ਆਸ-ਪਾਸ ਬਣਦਾ ਹੈ ਤੇ ਉਹਨੂੰ ਆਪਣੇ ਅਕਾਊਂਟ 'ਚ 2 ਕਰੋੜ 40 ਲੱਖ ਰੁਪਇਆ ਚਾਹੀਦਾ ਹੈ ਤੇ 1 ਕਰੋੜ 20 ਲੱਖ ਰੁਪਏ 'ਚ ਕਿਆ ਉੱਥੇ ਕੋਈ ਸਟੋਰ ਆ ਜਾਂਦਾ ਹੈ ਜਾਂ ਕੋਈ ਐਸਾ ਬਿਜ਼ਨਸ, ਐਸਾ ਕੋਈ ਪੈਟਰੋਲ ਪੰਪ ਕਹਿ ਲਈਏ ਜਾਂ ਕੋਈ ਵੀ ਐਸਾ ਬਿਜ਼ਨਸ ਜਿਹਦੇ ਨਾਲ ਉਹਦੀ ਆਮਦਨ ਸ਼ੁਰੂ ਹੋ ਸਕੇ, ਉਹ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਸੋ ਜਸਟ ਟੂ ਲੈਟ ਯੂ ਨੋ ਕਿ ਬਿਲਕੁਲ ਆ ਸਕਦਾ ਹੈ। ਇਟ ਡਿਪੈਂਡਸ ਕਿ ਤੁਸੀਂ ਬਾਏ ਕੀ ਕਰਨਾ ਚਾਹ ਰਹੇ ਹੋ, ਕਿੱਦਾਂ ਦਾ ਪ੍ਰੋਜੈਕਟ ਬਾਏ ਕਰਨਾ ਚਾਹ ਰਹੇ ਹੋ, ਇੱਕ ਚੀਜ਼। ਸੈਕੰਡਲੀ, ਇਸ 'ਚ ਪੂਰੀ ਲਿਸਟ ਦੇ ਵਿੱਚ ਕਾਫੀ ਕੁਝ ਐਸਾ ਹੈ ਜੋ ਤੁਸੀਂ ਨਹੀਂ ਕਰ ਸਕਦੇ। ਉਦਾਹਰਨ ਦੇ ਤੌਰ ਦੇ ਉੱਤੇ ਕਿ ਆਟੋਮੇਟਿਡ ਕਾਰ ਵਾਸ਼ ਬਿਜ਼ਨੈਸਿਸ ਨਹੀਂ ਕਰ ਸਕਦੇ, ਹੋਲਡਿੰਗ ਕੰਪਨੀਜ਼ ਨਹੀਂ ਕਰ ਸਕਦੇ, ਲਾਂਡਰਮਾਉਂਟਸ ਨਹੀਂ ਕਰ ਸਕਦੇ, ਪੌਨ ਬ੍ਰੋਕਰਸ ਨਹੀਂ ਕਰ ਸਕਦੇ, ਪੇਡੇ ਲੋਨਸ ਨਹੀਂ ਹੋ ਸਕਦਾ, ਸਕ੍ਰੈਪ ਮੈਟਲ ਰੀਸਾਈਕਲਿੰਗ ਨਹੀਂ ਹੋ ਸਕਦਾ, ਟਾਇਰ ਰੀਸਾਈਕਲਿੰਗ ਨਹੀਂ ਹੋ ਸਕਦਾ। ਕਿ ਨਾਮ ਹੈ, ਕੁਝ ਬਿਜ਼ਨਸਿਸ ਐਸੇ ਨੇ ਜਿਹੜੇ ਨਹੀਂ ਹੋ ਸਕਦੇ, ਜਾਂ ਕੋਈ ਬਿਜ਼ਨਸ ਐਸਾ ਜਿਹੜਾ ਬੰਦਾ ਪਹਿਲਾਂ OINP ਦੇ ਵਿੱਚ ਐਂਟਰਪ੍ਰੀਨਿਓਰ ਸਟਰੀਮ 'ਚ ਆਏ ਤੇ ਉਹੀ ਬੰਦਾ ਤੁਹਾਨੂੰ ਘੁਮਾ ਕੇ ਉਹੀ ਸੇਮ ਬਿਜ਼ਨਸ ਵੇਚ ਰਿਹਾ ਹੋਵੇ, ਤਾਂ ਉਹ ਨਹੀਂ ਹੋ ਸਕਦਾ ਹੈਗਾ ਅਗਰ ਤੁਸੀਂ ਕਿਸੇ ਵੀ ਜਗ੍ਹਾ 'ਚ ਕਰ ਰਹੇ ਹੋ। ਵਿਦਿਨ GTA ਵਾਸਤੇ ਗੈਸ ਸਟੇਸ਼ਨਸ ਨਹੀਂ ਹੋ ਸਕਦੇ, ਪਰ ਆਊਟਸਾਈਡ GTA ਵਾਸਤੇ ਗੈਸ ਸਟੇਸ਼ਨ ਹੋ ਸਕਦੇ ਨੇ। ਐਗਜ਼ਿਸਟਿੰਗ ਫਰੈਂਚਾਈਜ਼ੀਜ਼ ਇਨ ਓਨਟਾਰੀਓ ਜਿਹੜੀਆਂ ਨੇ ਉਹ GTA ਦੇ ਵਿੱਚ ਨਹੀਂ ਹੋ ਸਕਦੀਆਂ, ਬਟ ਆਊਟਸਾਈਡ GTA ਦੇ ਵਿੱਚ ਹੋ ਸਕਦੀਆਂ ਨੇ। ਬੈਡ ਐਂਡ ਬ੍ਰੇਕਫਾਸਟ ਵਿਦਿਨ GTA ਨਹੀਂ ਹੋ ਸਕਦਾ, ਆਊਟਸਾਈਡ GTA ਹੋ ਸਕਦਾ। ਸੋ ਇਟ ਆਲ ਡਿਪੈਂਡਸ ਕਿ ਤੁਹਾਡਾ ਪਿਛਲਾ ਐਕਸਪੀਰੀਅੰਸ ਕੀ ਆ, ਤੁਸੀਂ ਕਿੱਦਾਂ ਦਾ ਪਹਿਲਾਂ ਕੰਮ ਕੀਤਾ ਹੋਇਆ। ਜੋ ਵੀ ਤੁਹਾਡਾ ਪਿਛਲਾ ਐਕਸਪੀਰੀਅੰਸ ਆ, ਜਿਹੜਾ ਬਿਜ਼ਨਸ ਤੁਸੀਂ ਇੱਥੇ ਵੀ ਖੋਲਣਾ ਚਾਹੋਗੇ ਉਹਦੇ ਨਾਲ ਮਿਲਦਾ ਜੁਲਦਾ ਹੋਣਾ ਚਾਹੀਦਾ ਹੈ। ਅੱਛਾ, ਮਤਲਬ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਕਲੀਅਰ ਕਰ ਦਿਆਂ ਵੀ ਜੇ ਕਿਸੇ ਬੰਦੇ ਦਾ ਇੱਥੇ ਹੋਟਲ ਹੈਗਾ
ਤੇ ਉਹ ਉੱਥੇ ਜਾ ਕੇ ਹੋਟਲ ਖੋਲ ਸਕਦਾ ਹੈ ਤੇ ਅਗਰ ਬ੍ਰੈਡ ਹੋਟਲ ਹੋ ਸਕਦਾ ਕਿ ਬਹੁਤ ਮਹਿੰਗੀ ਇਨਵੈਸਟਮੈਂਟ ਹੋਵੇ ਤਾਂ ਉਹ ਮੋਟਲ ਖੋਲ ਸਕਦਾ ਹੈ। ਹੋਟਲ ਖੋਲ ਸਕਦਾ ਹੈ ਵੀ ਉਹ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਜਾ ਕੇ ਹਾਈਵੇ ਦੇ ਉੱਪਰ ਜਿਹੜਾ $4 ਲੱਖ ਵਾਲਾ ਪ੍ਰੋਜੈਕਟ ਹੈ ਉਹ ਉਸ ਤੇ ਉਹ ਕੰਮ ਕਰ ਸਕਦਾ ਹੈ। ਬਿਲਕੁਲ ਕਰ ਤੇ ਸਕਦਾ। ਠੀਕ ਹੈ ਜੀ। ਫਿਰ ਆਪਾਂ ਇਹ ਕਹਿ ਲਈਏ ਵੀ ਜੇ ਕੋਈ ਫਰੈਂਚਾਈਜ਼ੀ ਹੈ ਕਿਸੇ ਕੋਲ ਤੇ ਇੱਥੇ ਉਹ ਕੋਈ ਦੁਕਾਨ ਚਲਾ ਰਿਹਾ ਜਾਂ ਕੁਝ ਵੀ ਸ਼ਾਪ ਚਲਾ ਰਿਹਾ ਉੱਥੇ ਜਾ ਕੇ ਕੋਈ ਫਰੈਂਚਾਈਜ਼ੀ ਉਹ ਲੈ ਸਕਦਾ ਹੈ ਸ਼ਹਿਰ ਤੋਂ ਬਾਹਰ ਹਾਈਵੇ ਦੇ ਉੱਪਰ ਮਿਲ ਸਕਦੀ ਹੈ ਉਹਨੂੰ ਮੈਕਡੋਨਲ ਜਾਂ ਮੇਜਰ ਸ਼ਹਿਰ ਵੀ ਹੋ ਸਕਦੇ ਆ ਉਦਾਹਰਨ ਦੇ ਤੌਰ ਤੇ ਵਿੰਡਸਰ ਹੋ ਸਕਦਾ ਹੈ, ਕਿਚਨਰ ਕੈਂਬਰਿਜ ਹੋ ਸਕਦਾ ਹੈ, ਪਰ ਠੀਕ ਹੈ ਟੋਰਾਂਟੋ ਨਹੀਂ ਹੋ ਸਕਦਾ, ਮਿਸਾਗਾ ਨਹੀਂ ਹੋ ਸਕਦਾ, ਬਰੈਂਪਟਨ ਨਹੀਂ ਹੋ ਸਕਦਾ, ਸਾਰਾ GTA ਏਰੀਆ ਪੈ ਜਾਂਦਾ ਹੈ। ਜੀ ਜੀ। ਤੇ ਜਿਸ ਤਰ੍ਹਾਂ ਆਪਾਂ ਮੋਟਲ ਦੀ ਗੱਲ ਕਰੀਏ, ਮੋਟਲ ਦੇ ਵਿੱਚ ਇੱਕ ਐਵਰੇਜ ਤੁਹਾਨੂੰ ਕੀ ਲੱਗਦਾ ਹੈ ਵੀ ਕਿੰਨੀ ਕੁ ਬੰਦੇ ਦੀ ਐਫਰਟ ਚਾਹੀਦੀ ਹੈ ਔਰ ਕਿੰਨੀ ਆਮਦਨ ਹੋ ਜਾਂਦੀ ਹੈ ਉਹਨੂੰ ਅੰਦਾਜ਼ਨ ਮਤਲਬ? ਸੋ ਜਸਟ ਟੂ ਲੈਟ ਯੂ ਨੋ ਕਿ ਜਿਹੜਾ ਇਨਵੈਸਟਮੈਂਟ ਸਾਈਡ ਵਾਲਾ ਕੰਮ ਹੈਗਾ ਆ ਉਹ ਸਾਡਾ ਕੰਮ ਨਹੀਂ ਆ। ਉਹ ਅਸੀਂ ਇਹਨਾਂ ਨੂੰ ਰੀਅਲਟਰਸ ਨਾਲ ਮਿਲਵਾਉਂਦੇ ਹੈਗੇ ਆ, ਆਪ ਫਾਈਨੈਂਸ਼ੀਅਲਸ ਚੈੱਕ ਕਰਦੇ ਹੈਗੇ ਆ। ਸਾਡਾ ਕੰਮ ਹੈਗਾ ਇਮੀਗ੍ਰੇਸ਼ਨ ਪਰਸਪੈਕਟਿਵ ਕਿ ਹਾਂਜੀ ਤੁਸੀਂ ਅਗਰ ਇਦਾਂ ਦੀ ਕੋਈ ਇਨਵੈਸਟਮੈਂਟ ਕਰਦੇ ਹੋ, ਅਸੀਂ ਸਿਰਫ ਗਾਈਡਲਾਈਨਸ ਦੇ ਸਕਦੇ ਕਿ ਇਹਨਾਂ ਵਿੱਚੋਂ ਦੀ ਕੋਈ ਇਨਵੈਸਟਮੈਂਟ ਕਰਦੇ ਹੋ ਯੂ ਕੈਨ ਕੁਆਲੀਫਾਈ ਫॉर ਇਮੀਗ੍ਰੇਸ਼ਨ। ਉਸ ਚੀਜ਼ ਨੂੰ ਕਿਵੇਂ ਰਨ ਕਰਨਾ ਹੈ, ਕੀ ਉਹ ਪ੍ਰੋਜੈਕਟ ਹੈਗਾ, ਆਫ ਕੋਰਸ ਸਾਡੀ ਜਿਹੜੀ ਟੀਮਸ ਨੇ ਉਸ 'ਚ ਹੈਲਪ ਕਰ ਸਕਦੀਆਂ ਨੇ, ਬਟ ਉਹ ਜਿਹੜਾ ਹੈ ਬੰਦੇ ਕੋਲ ਆਲਰੇਡੀ ਐਕਸਪੀਰੀਅੰਸ ਹੋਊਗਾ ਉਸ ਚੀਜ਼ ਦੇ ਵਿੱਚ, ਉਸ ਬੰਦੇ ਨੂੰ ਜ਼ਿਆਦਾ ਉਹ ਇਨਫੋਰਮੇਸ਼ਨ ਮਿਲ ਸਕਦੀ ਹੈ। ਬਟ ਹਰ ਕੋਈ ਵੀ ਬਿਜ਼ਨਸ ਹੋਵੇ, ਅਗਰ ਕੋਈ ਬੰਦਾ ਸੋਚ ਰਿਹਾ ਕਿ ਮੈਂ ਆਪ ਟਾਈਮ ਨਹੀਂ ਦੇਣਾ ਹੈਗਾ ਸਟਾਰਟਅਪ ਵਾਸਤੇ, ਸਟਾਰਟਅਪ ਬਿਜ਼ਨਸ ਦੀ ਗੱਲ ਕਰ ਰਿਹਾ, ਸਟਾਰਟਅਪ ਦੀ ਹਮੇਸ਼ਾ ਮੁਸ਼ਕਿਲ ਹੋਏਗਾ। ਮੈਂ ਸਟਾਰਟਅਪ ਦੀ ਗੱਲ ਕਰਾਂ ਕਿ ਸਟਾਰਟਅਪ ਇੱਕ ਨਵਾਂ ਬਜ਼ਵਰਡ ਹੈ ਸਾਰੀ ਵਰਲਡ ਦੇ ਵਿੱਚ ਹੀ, ਤੇ ਹਰ ਯੰਗਸਟਰ ਅੱਜ ਕੱਲ ਸੋਚਦਾ ਵੀ ਮੈਂ ਕੋਈ ਸਟਾਰਟਅਪ ਖੋਲਾਂ ਜਾਂ ਬੰਦਾ ਸੋਚਦਾ ਇੰਡੀਆ ਤੋਂ ਜਾ ਕੇ ਮੈਂ ਉੱਥੇ ਕੋਈ ਸਟਾਰਟਅਪ ਕਰ ਲਾਂ। ਸਟਾਰਟਅਪ ਦਾ ਕੀ ਫਿਊਚਰ ਹੈ ਜੀ ਉੱਥੇ? ਸੋ ਇਟ ਆਲ ਡਿਪੈਂਡਸ ਕਿ ਤੁਹਾਡੇ ਉਹ ਪ੍ਰੋਜੈਕਟ ਕੀ ਹੈ। ਠੀਕ ਹੈ। ਮੈਂ ਵਿੱਚ ਸਿਰਫ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਹਾਂਜੀ। ਕਿ ਇਸ ਸਾਰੇ ਪੈਂਡੇਮਿਕ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਕਹਿ ਕੇ ਹਟੇ ਹਾਂ ਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਡਿਪੈਂਡ ਹੈ ਕਰਦਾ ਕਿ ਅਗਰ ਆਪਾਂ ਸਿੱਖਣਾ ਚਾਹੇ ਹਾਂ ਕਿ ਨਹੀਂ ਚਾਹੇ ਹੈਗੇ ਆ। ਜੀ। ਮੈਂ ਸਿਰਫ ਇਹ ਇਨਸੀਡੈਂਸ ਇੱਕ ਹੋਇਆ ਹੈਗਾ ਆ ਜਿਹੜਾ ਲੋਕਾਂ ਦੇ ਰੂਬਰੂ ਕਰਨਾ ਚਾਹ ਰਿਹਾ ਹੈ, ਕਿਉਂਕਿ ਹੋਰ ਅਰਦਾਸ ਕਰਦਾ ਕਿ ਇਹੋ ਜਿਹੀ ਘਟਨਾ ਦੁਬਾਰਾ ਤੋਂ ਨਾ ਵਾਪਰੇ। ਅੱਜ ਤੋਂ 3-4 ਦਿਨ ਪਹਿਲਾਂ ਲੰਡਨ ਦੇ ਵਿੱਚ ਇੱਕ ਰੇਸਿਸਟ ਇਨਸਾਨ ਵੱਲੋਂ ਇੱਕ ਪੂਰੀ ਦੀ ਪੂਰੀ ਮੁਸਲਿਮ ਫੈਮਿਲੀ ਮਾਰ ਦਿੱਤੀ ਗਈ, ਜਿਸ ਦੇ ਵਿੱਚ ਇੱਕ ਛੋਟਾ ਬੱਚਾ ਹੀ ਸਿਰਫ ਰਹਿ ਗਿਆ। ਸੋ ਬਰੈਂਪਟਨ ਇਮੀਗ੍ਰੇਸ਼ਨ ਵੱਲੋਂ ਇੱਕ ਅਸੀਂ ਛੋਟਾ ਜਿਹਾ ਇਨੀਸ਼ੀਏਟਿਵ ਕੀਤਾ ਜਸਟ ਟੂ ਸੈਂਡ ਅ ਮੈਸੇਜ ਆਫ ਹਾਰਮਨੀ ਕਿ ਇੱਥੇ ਜਿਹੜੇ ਹੋਮਲੈਸ ਪੀਪਲ ਹੁੰਦੇ ਨੇ ਉਹਨਾਂ ਨੂੰ ਅਸੀਂ ਕੱਲ ਹੋਮਲੈਸ ਕੋਲੇ ਜਾ ਕੇ ਫੂਡ ਡਿਸਟ੍ਰੀਬਿਊਟ ਕੀਤਾ ਇਨ ਦ ਮੈਮਰੀ ਆਫ ਦੈਟ ਫੈਮਿਲੀ। ਦ ਰੀਜ਼ਨ ਆਈ ਐਮ ਸੇਇੰਗ ਦਿਸ ਇਸ ਕਿ ਦੁਨੀਆ ਭਰ ਦੇ ਵਿੱਚ ਇੱਕ ਅਜੀਬ ਜਿਹਾ ਮਾਹੌਲ ਬਣ ਚੁੱਕਾ ਆ ਜੀ। ਉਸ ਮਾਹੌਲ ਦੇ ਵਿੱਚੋਂ ਦੀ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਸਪੋਰਟ ਕਰਨ ਦੀ ਲੋੜ ਆ। ਅਸੀਂ ਕਿਸੇ ਵੀ ਧਰਮ ਦੇ ਹੋਈਏ, ਅਗਰ ਕਿਸੇ ਵੀ ਹੋਰ ਧਰਮ ਦੇ ਬੰਦੇ ਨਾਲ ਧੱਕਾ ਹੋਇਆ ਆ ਔਰ ਸਪੈਸ਼ਲੀ ਇਹੋ ਜਿਹੀ ਇਨਸੀਡੈਂਟਸ ਹੋਈ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਉਹਨਾਂ ਲੋਕਾਂ ਨਾਲ ਇਨ ਸੋਲੀਡੈਰਿਟੀ ਖੜਨਾ ਚਾਹੀਦਾ ਆ। ਔਰ ਮੇਰੀ ਗੁਜ਼ਾਰਿਸ਼ ਸਿਰਫ ਸਰੋਤਿਆਂ ਨੂੰ ਆਇਆ ਕਿ ਤੁਹਾਨੂੰ ਜਿੱਥੇ ਮੌਕਾ ਮਿਲੇ, ਅਗਰ ਤੁਹਾਡੀ ਲਾਈਕ ਜਿਸ ਤਰੀਕੇ ਨਾਲ ਤੁਹਾਡੇ ਕੋਲੇ ਤੁਸੀਂ ਮਦਦ ਕਰ ਸਕਦੇ ਹੋ, ਪਲੀਜ਼ ਕਮ ਫਾਰਵਰਡ। ਇਸ ਪੈਂਡੇਮਿਕ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਅਗਲਾ ਕੋਵਿਡ ਦਾ ਮਰੀਜ਼ ਕਿੰਨੇ ਬਣਨਾ ਹੈ ਤੇ ਕਿੰਨੇ ਸਰਵਾਈਵ ਕਰਨਾ, ਕਿੰਨੇ ਨਹੀਂ ਕਰਨਾ, ਅਗਲਾ ਸਾਹ ਕਿਹਨੂੰ ਆਉਣਾ ਹੈ ਨਹੀਂ ਆਉਣਾ ਹੈ। ਸੋ ਇਟਸ ਆਲਵੇਜ਼ ਬੈਟਰ ਕਿ ਅਗਰ ਇਫ ਵੀ ਕੈਨ ਗਿਵ ਬੈਕ ਟੂ ਕਮਿਊਨਿਟੀ। ਸੋ ਇਮੀਗ੍ਰੇਸ਼ਨ ਵੀ ਹੁੰਦੀ ਰਹੂਗੀ, ਬਿਜ਼ਨਸ ਵੀ ਹੁੰਦਾ ਰਹੂਗਾ, ਅਸੀਂ ਕੈਨੇਡਾ ਵੀ ਆ ਜਾਵਾਂਗੇ, ਪੰਜਾਬ ਵੀ ਚਲੇ ਜਾਵਾਂਗੇ, ਪਰ ਜਿਹੜਾ ਜੀ ਇੱਥੋਂ ਚਲਾ ਗਿਆ ਆ ਉਹਨੇ ਵਾਪਸ ਨਹੀਂ ਆਉਣਾ। ਸੋ ਲੈਟਸ ਸਟੈਂਡ ਇਨ ਸੋਲੀਡੈਰਿਟੀ ਵਿਦ ਦੋਜ਼ ਫੈਮਲੀਜ਼ ਹੂ ਹੈਵ ਲੋਸਟ देयर ਲਾਈਵਸ ਡਿਊਰਿੰਗ ਪੈਂਡੇਮਿਕ ਜਾਂ ਹੂ ਹੈਵ ਫੇਸਡ ਰੇਸਿਜ਼ਮ ਤੇ ਉਹਨਾਂ ਨੇ ਆਪਣੇ ਛੋਟਾ ਜਿਹਾ ਇੱਕ ਜਵਾਕ 9 ਸਾਲ ਦਾ ਇਸ ਦੁਨੀਆ 'ਚ ਇਕੱਲਾ ਰਹਿ ਗਿਆ, ਪੂਰੀ ਦੀ ਪੂਰੀ ਫੈਮਿਲੀ ਉਸ ਹੱਥ ਮਾਰੀ। ਸੋ ਮੈਂ ਜਿੰਨੇ ਵੀ ਮੀਡੀਆ ਚੈਨਲਸ ਅੱਜ ਕੱਲ੍ਹ ਜਾ ਰਿਹਾ ਆ, ਆਮ ਟਰਾਈਂਗ ਟੂ ਬ੍ਰਿੰਗ ਦਿਸ ਅਪ ਕਿਉਂਕਿ ਇਹ ਇਸ਼ੂ ਜਿਹੜਾ ਆ, ਇਸ ਇਸ਼ੂ ਨੂੰ ਅਸੀਂ ਜਿੰਨਾ ਜ਼ਿਆਦਾ ਹਾਈਲਾਈਟ ਕਰ ਸਕੀਏ, ਹੋ ਸਕਦਾ ਹੈ ਕਿ ਉਹਦੇ ਨਾਲ ਕੁਛ ਨਾ ਕੁਛ ਰੇਸਿਜ਼ਮ ਨੂੰ ਠੰਡ ਪੈ ਸਕੇ। ਜੀ ਮੈਂ ਆਪਣੇ ਦਰਸ਼ਕਾਂ ਨੂੰ ਜੋ ਸਾਡੀ ਹੁਣੀ ਗੱਲਬਾਤ ਹੋਈ ਹੈ ਸੰਦੀਪ ਜੀ ਨਾਲ ਡਿਸਕਸ਼ਨ ਹੋਈ ਹੈ ਉਹ ਮੈਂ ਸਮਾਪਤ ਕਰ ਦਿੰਦਾ ਕਿ ਇੱਕ ਤਾਂ ਕੈਨੇਡਾ ਗਵਰਨਮੈਂਟ ਨੇ ਨਵਾਂ ਟਵੀਟ ਕੀਤਾ ਹੈ ਕਿ ਦੁਬਾਰਾ ਸਾਰਿਆਂ ਨੂੰ ਅਗਾਹ ਕੀਤਾ ਹੈ, ਇੱਕ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਗੋਸਟ ਕੰਸਲਟੈਂਟਸ ਤੋਂ ਬਚੋ। ਔਰ ਬਾਰ-ਬਾਰ ਕੈਨੇਡਾ ਗਵਰਨਮੈਂਟ ਇਹ ਗੱਲ ਕਹਿ ਰਹੀ ਹੈ ਕਿ ਜਿਹੜੇ ਸਾਡੇ ਆਥੋਰਾਈਜ਼ਡ ਏਜੰਟਸ ਨੇ ਉਹਨਾਂ ਕੋਲ ਹੀ ਜਾਓ ਔਰ ਉਹਨਾਂ ਕੋਲੋਂ ਹੀ ਗਾਈਡੈਂਸ ਲਓ ਔਰ ਉਹਨਾਂ ਕੋਲੋਂ ਹੀ ਫਾਈਲਸ ਲਗਵਾਓ। ਦੂਸਰਾ, ਇੱਕ ਸੰਦੀਪ ਜੀ ਵੈਬਿਨਾਰ ਕਰਨ ਜਾ ਰਹੇ ਨੇ ਸੈਚਰਡੇ ਨੂੰ
ਉਹਦੇ ਉੱਪਰ ਤੁਸੀਂ ਜਿੰਨੇ ਇਨਵੈਸਟਰਸ ਨੇ ਉਹ ਦੇਖਣ ਨੂੰ ਔਰ ਜਾਣਕਾਰੀ ਹਾਸਲ ਕਰ ਸਕਦੇ ਨੇ ਵੀ ਉੱਥੇ ਦੋ ਤਰ੍ਹਾਂ ਦੇ ਮੇਜਰ ਪ੍ਰੋਗਰਾਮ ਇਹਨਾਂ ਨੇ ਦੱਸੇ ਨੇ। ਇੱਕ ਤਾਂ ਹੈ 8 ਲੱਖ ਤੁਹਾਡੇ ਕੋਲ ਡਾਲਰ ਚਾਹੀਦਾ ਹੈ ਅਕਾਊਂਟ ਦੇ ਵਿੱਚ ਔਰ 6 ਲੱਖ ਦੀ ਇਨਵੈਸਟਮੈਂਟ। ਦੂਸਰਾ 4 ਲੱਖ ਡਾਲਰ ਤੁਹਾਡੇ ਕੋਲ ਅਕਾਊਂਟ 'ਚ ਚਾਹੀਦਾ ਔਰ 2 ਲੱਖ ਦੀ ਤੁਹਾਡੀ ਇਨਵੈਸਟਮੈਂਟ ਹੈ। ਤੇ ਉਹਦੇ ਵਿੱਚ ਕੀ ਸਕੀਮਾਂ ਹੈਗੀਆਂ ਨੇ, ਕੀ ਹੋ ਸਕਦਾ ਹੈ, ਉਹ ਸੰਦੀਪ ਜੀ ਔਰ ਇਹਨਾਂ ਦੀ ਟੀਮ ਤੁਹਾਨੂੰ ਪ੍ਰੋਪਰਲੀ ਗਾਈਡ ਕਰੇਗੀ ਔਰ ਤੁਹਾਨੂੰ ਉੱਥੇ ਜਿਹੜੇ ਬੈਸਟ ਆਪਸ਼ਨਸ ਨੇ ਉਹਨਾਂ ਨਾਲ ਉਹ ਤੁਹਾਨੂੰ ਰੂਬਰੂ ਕਰਾਏਗੀ। ਸੌਰੀ, I just need to add one thing कि अकाउंट्स होना जरूरी नहीं है। नेटवर्थ का अंतर है, घर बार जमीन जायदाद किसी भी चीज की वैल्यू होवे कैन बी काउंटेड एज अ नेटवर्थ। ओके, सो ਇਹ ਸੰਦੀਪ ਜੀ ਨੇ ਹੋਰ ਕਲੀਅਰ ਕਰਤਾ ਵੀ ਇੱਥੇ ਫਰਜ਼ ਕਰੋ ਤੁਹਾਡਾ ਕੋਈ ਕਿਸੇ ਚੰਗੀ ਜਗ੍ਹਾ 'ਚ ਸ਼ਹਿਰ 'ਚ ਘਰ ਹੈ ਤੇ ਉਹਦੀ ਕੀਮਤ 2 ਕਰੋੜ ਜਾਂ 4 ਕਰੋੜ ਰੁਪਈਆ ਹੈਗੀ ਹੈ ਤੇ ਤੁਹਾਡੇ ਕੋਲ ਕੈਸ਼ ਜਿਹੜਾ ਹੈਗਾ ਉਹ ਕਰੋੜ ਸਵਾ ਕਰੋੜ ਹੈਗਾ ਤੇ ਤੁਸੀਂ ਉਸ 'ਚ ਜਾ ਸਕਦੇ ਹੋ ਬਾਹਰ। ਇਹ ਵੀ ਹੋਰ ਗੱਲ ਕਲੀਅਰ ਕਰ ਦਿੱਤੀ ਹੈ ਤੇ ਮੈਂ ਉਮੀਦ ਕਰਦਾ ਵੀ ਸਾਡੇ ਦਰਸ਼ਕਾਂ ਨੂੰ ਸੰਦੀਪ ਜੀ ਦੇ ਗਾਈਡੈਂਸ ਤੋਂ ਬਹੁਤ ਨਵੀਆਂ ਗੱਲਾਂ ਪਤਾ ਚੱਲੀਆਂ ਹੋਣਗੀਆਂ ਔਰ ਅਗਲੇ ਹਫਤੇ ਫਿਰ ਅਸੀਂ ਸੰਦੀਪ ਜੀ ਨਾਲ ਗੱਲ ਕਰਾਂਗੇ ਔਰ ਦੇਖਾਂਗੇ ਕਿ ਕੈਨੇਡੀਅਨ ਗਵਰਨਮੈਂਟ ਨੇ ਕੀ ਨਵਾਂ ਹੋਰ ਰੂਲਸ ਲਿਆਂਦੀ ਹੈ, ਕਿਉਂਕਿ ਕੈਨੇਡੀਅਨ ਗਵਰਨਮੈਂਟ ਲਗਾਤਾਰ ਕੁਛ ਨਾ ਕੁਛ ਰੂਲਸ ਚੇਂਜ ਕਰਦੀ ਰਹਿੰਦੀ ਹੈ ਔਰ ਨਵੇਂ ਪ੍ਰੋਗਰਾਮਸ ਜਾਰੀ ਕਰਦੀ ਰਹਿੰਦੀ ਹੈ। ਸਾਰੇ ਦਰਸ਼ਕ अगले हफ्ते वास्ते साडे नाल जुड़े रहन। बहुत बहुत धन्यवाद। नेशनल बज़ पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।